ਵੌਇਸ ਆਫ ਇੰਡੀਆ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਮੈਂ ਲਖਵਿੰਦਰ ਕੌਸ਼ਿਕ। ਹਰ ਇੱਕ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਗਗਨ ਬਾਟਲੀ ਜੀ। ਗਗਨ ਬਾਟਲੀ ਜੀ, ਕੀ ਹਾਲ ਚਾਲ ਹੈ? ਵਧੀਆ ਲਖਵਿੰਦਰ ਜੀ, ਨਮਸਕਾਰ। ਵੌਇਸ ਆਫ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਨਮਸਕਾਰ। ਸਾਨੂੰ ਉਮੀਦ ਹੈ ਕਿ ਤੁਹਾਡਾ ਕ੍ਰਿਸਮਸ ਦਾ ਤਿਉਹਾਰ ਬਹੁਤ ਵਧੀਆ ਨਿਕਲਿਆ ਹੋਵੇਗਾ ਤੇ ਸਾਰਿਆਂ ਨੇ ਚੰਗੀਆਂ ਮਿਠਾਈਆਂ ਖਾਧੀਆਂ ਹੋਣੀਆਂ, ਭਾਵੇਂ ਆਪਣੀ ਸਿਹਤ ਦਾ ਧਿਆਨ ਨਾ ਰੱਖਿਆ ਜਾਏ। ਜੀ ਬਿਲਕੁਲ, ਚਾਹੇ ਇਕੱਲਿਆਂ ਨੇ ਖਾਧੀਆਂ, ਬਿਲਕੁਲ ਖਾਧੀਆਂ ਸਾਰਿਆਂ ਨੇ। ਚਲੋ ਵਧੀਆ ਜੀ। ਇੱਦਾਂ ਹੀ ਇਸ ਤਰ੍ਹਾਂ ਜੀ ਕਈ ਵਾਰੀ ਜਦੋਂ ਮਿਠਾਈਆਂ ਆਪਾਂ ਜ਼ਿਆਦਾ ਖਾ ਲੈਂਦੇ ਹਾਂ, ਫਿਰ ਆਪਣੀ ਸਿਹਤ ਬਾਰੇ ਜ਼ਰੂਰ ਖਿਆਲ ਰੱਖਣਾ ਚਾਹੀਦਾ ਜੀ, ਕਿਉਂਕਿ ਅੱਜ ਕੱਲ੍ਹ ਸਾਰੀ ਬਿਮਾਰੀਆਂ ਜ਼ਿਆਦਾ ਜੀ ਤੇ ਹੈਲਥ ਵੱਲ ਸਾਡਾ ਧਿਆਨ ਘੱਟ ਹੈ ਜੀ। ਤੇ ਸਾਡਾ ਅੱਜ ਦਾ ਵਿਸ਼ਾ ਵੀ ਇਹੀ ਹੈ ਕਿ ਅਸੀਂ ਆਪਣੀ ਲੋਕਾਂ ਬਾਰੇ ਤੇ ਖੁਦ ਆਪਣੇ ਬਾਰੇ ਵੀ ਗੱਲ ਕਰੀਏ ਕਿ ਸਾਡੀ ਹੈਲਥ ਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ। ਸਾਡੀ ਸਰਵਿਸਿਜ਼ ਜੀ ਵਿਨੀਪੈਗ 'ਚ ਕਿਹੋ ਜਿਹੀਆਂ ਨੇ ਤੇ ਅਸੀਂ ਉਹਨਾਂ ਨੂੰ ਕੀ ਐਕਸਪੈਕਟ ਕਰਦੇ ਹਾਂ ਤੇ ਬਟ ਸਾਨੂੰ ਕੀ ਮਿਲਦੀਆਂ ਨੇ। ਗਗਨ ਜੀ, ਤੁਸੀਂ ਇਸ ਪ੍ਰੋਫੈਸ਼ਨਲ ਨਾਲ ਤੁਸੀਂ ਰਿਲੇਟਡ ਹੈਗੇ ਹੋ ਹੈਲਥ ਦੇ ਨਾਲ ਹੀ। ਕਿ ਜਿਸ ਤਰ੍ਹਾਂ ਹੁਣ ਵਿਨੀਪੈਗ ਦੇ ਵਿੱਚ ਵੈਸੇ ਆਪਣੇ ਆਲ ਓਵਰ ਕੈਨੇਡਾ ਦੇ ਵਿੱਚ ਕਿਹਾ ਜਾਂਦਾ ਵੀ ਹੈਲਥ ਸੇਵਾਵਾਂ ਵੱਲ ਬਹੁਤ ਨੇ, ਕਿਉਂਕਿ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਬਹੁਤ ਕਿਹਾ ਜਾਂਦਾ ਵੀ ਇਹ ਉੱਥੇ ਜਿਹੜੀ ਹੈਲਥ ਤੁਸੀਂ ਕੋਈ ਚੈੱਕਅਪ ਕਰਵਾਉਣੀ ਆ ਉਹ ਸਭ ਕੁਝ ਫ੍ਰੀ ਹੈਗਾ। ਕੀ ਇਹਦੇ ਬਾਰੇ ਕੁਝ ਚਾਨਣਾ ਪਾਓ ਜੀ। ਗੱਲ ਇਹ ਹੈਗੀ ਹੈ ਕਿ ਆਪਾਂ ਨੂੰ ਲੱਗਦਾ ਕਿ ਜੀ ਕਿ ਫ੍ਰੀ ਹੈ, ਬਟ ਫ੍ਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਚੀਜ਼ ਫ੍ਰੀ ਹੈ ਤਾਂ ਤੁਹਾਨੂੰ ਵਧੀਆ ਵੀ ਹੋਵੇ ਜੀ। ਮੈਂ ਇਹ ਨਹੀਂ ਕਹਿੰਦਾ ਕਿ ਵਿਨੀਪੈਗ ਜਾਂ ਕੈਨੇਡਾ ਵਿੱਚ ਜਿਹੜੀਆਂ ਸਰਵਿਸਿਜ਼ ਨੇ, ਹੈਲਥ ਸਰਵਿਸਿਜ਼ ਨੇ, ਬਹੁਤ ਬੇਕਾਰ ਨੇ ਜਾਂ ਬਹੁਤ ਘਟੀਆ ਨੇ, ਬਟ ਇਹੋ ਜਿਹੀ ਗੱਲ ਬਿਲਕੁਲ ਵੀ ਨਹੀਂ ਹੈਗੀ ਜੀ। ਮੇਨ ਗੱਲ ਜਿਹੜੀ ਇੱਥੇ ਹੈਗੀ ਹੈ ਕਿ ਉਹ ਬਹੁਤ ਮਹਿੰਗੀਆਂ ਨੇ, ਜਿੰਨਾ ਜੇ ਅਫੋਰਡ ਕਰਨੀ ਪੈ ਜਾਏ। ਜਿਵੇਂ ਦਵਾਈਆਂ ਹੈਗੀਆਂ ਸਾਡੀਆਂ ਹੈਲਥ ਸਰਵਿਸਿਜ਼ ਕਵਰ ਨਹੀਂ ਹੁੰਦੀਆਂ, ਸਾਨੂੰ ਜੋ ਖਰੀਦਣੀਆਂ ਪੈ ਜਾਣ ਜੀ। ਤੇ ਕਿਉਂਕਿ ਸਾਡੇ ਦਿਮਾਗ 'ਚ ਹੁੰਦਾ ਕਿ ਇੰਡੀਆ 'ਚ ਅਸੀਂ ਇੰਨੀ ਦੀ ਦਵਾਈ ਲੈਂਦੇ ਸੀਗੇ ਤਾਂ ਉਹ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਜੀ। ਦੂਸਰੀ ਗੱਲ, ਜਿਵੇਂ ਸਾਡਾ ਵੇਟਿੰਗ ਟਾਈਮ ਹੈ, ਕਿਉਂਕਿ ਖੁਦਾ ਨਾ ਖਾਸਤਾ ਕਿਸੇ ਬੰਦੇ ਨੂੰ ਜੇ ਹਸਪੀਟਲ 'ਚ ਜਾਣਾ ਪੈ ਜਾਏ ਜਾਂ ਵਾਕਿੰਗ ਕਲੀਨਿਕ 'ਚ ਜਾਣਾ ਪੈ ਜਾਏ ਤੇ ਮੈਨੂੰ ਆਈ ਐਮ ਸ਼ੋਰ ਕਿ ਸਾਰਿਆਂ ਨੇ ਐਕਸਪੀਰੀਅੰਸ ਕੀਤਾ ਹੋਣਾ ਕਿ 4 ਤੋਂ 5 ਘੰਟੇ ਘੱਟੋ ਘੱਟ ਜਿਹੜੀ ਵੇਟ ਕਰਨਾ ਪੈਂਦੀ ਹੈ, ਉਹ ਵੀ ਜੇ ਤੁਹਾਨੂੰ ਨਰਸ ਦੇਖੇ। ਡਾਕਟਰ ਤੱਕ ਪਹੁੰਚਦੇ ਤਾਂ ਮੈਨੂੰ ਲੱਗਦਾ ਤੁਹਾਨੂੰ ਜੇ ਰਾਤੀ ਕਿਤੇ ਸਵੇਰੇ ਚੜ੍ਹ ਜਾਂਦੀ ਹੈ। ਫਿਰ ਆਪਾਂ ਇੱਦਾਂ ਕਿਉਂ ਕਿਹਾ ਜਾਂਦਾ ਵੀ ਜਿਹੜੀਆਂ ਸਿਹਤ ਸੇਵਾਵਾਂ ਨੇ ਜੀ ਆਪਣੇ ਵੱਡੇ ਹਸਪੀਟਲ ਨੇ, ਇਹਨਾਂ ਦੇ ਵਿੱਚ ਐਮਰਜੈਂਸੀ ਤੁਸੀਂ ਜਾ ਕੇ ਲੈ ਸਕਦੇ ਹੋ। ਕੀ ਇਹ ਐਮਰਜੈਂਸੀਜ਼ ਲੋਕਾਂ ਵਾਸਤੇ ਚਾਹੀਦੀਆਂ ਨਹੀਂ ਹੈਗੀਆਂ ਜੀ, ਜਿਹੜੇ ਪਿੱਛੇ ਜੇ ਸਰਕਾਰ ਨੇ ਬੰਦ ਕਰਤੀਆਂ? ਲਖਵਿੰਦਰ ਜੀ, ਐਕਚੁਅਲੀ ਇੱਥੇ ਜਿਹੜੇ 2 ਸਾਲਾਂ ਤੋਂ ਇਹਨਾਂ ਨੇ ਐਮਰਜੈਂਸੀ ਦਾ ਤੇ ਅਰਜੈਂਟ ਕੇਅਰ ਦਾ ਕਨਸੈਪਟ ਹੀ ਡਿਫਰੈਂਟ ਕਰਤਾ ਜੀ। ਐਕਚੁਅਲੀ ਹੋਇਆ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਆਪਣੇ ਟਾਈਮ 'ਚ ਇੱਕ ਸਰਵੇ ਕਰਾਇਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਪੈਸੇ ਦੇ ਕੇ ਹਾਇਰ ਕਰਕੇ, ਜਿਹੜੀ ਇਸ ਤੋਂ ਪਹਿਲੀ ਸਰਕਾਰ ਸੀਗੀ। ਉਹਨਾਂ ਨੇ ਹਾਇਰ ਕੀਤਾ ਲੋਕਾਂ ਨੂੰ, ਪ੍ਰਾਈਵੇਟ ਏਜੰਸੀ ਨੂੰ, ਕਿ ਤੁਸੀਂ ਸਾਨੂੰ ਦੱਸੋ ਕਿ ਸਾਡੀਆਂ ਜਿਹੜੀਆਂ ਮੈਡੀਕਲ ਸਰਵਿਸਿਜ਼ ਉਹ ਕਿਵੇਂ ਇੰਪਰੂਵ ਹੋਣਗੀਆਂ, ਕਿਉਂਕਿ ਸਾਡਾ ਜਿਹੜਾ ਪੇਸ਼ੈਂਟ ਦਾ ਵੇਟਿੰਗ ਟਾਈਮ ਹੈ ਬਹੁਤ ਜ਼ਿਆਦਾ ਹੈ। ਇਹ ਮੈਂ ਗੱਲ ਕਰ ਰਿਹਾ ਅੱਜ ਤੋਂ ਤਕਰੀਬਨ 8-9 ਸਾਲ ਪੁਰਾਣੀ ਜੀ। ਓਕੇ। ਤੇ ਸਾਡਾ ਵੇਟਿੰਗ ਟਾਈਮ ਪੇਸ਼ੈਂਟ ਦਾ ਬਹੁਤ ਜ਼ਿਆਦਾ ਹੈ ਤੇ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈ ਸਾਨੂੰ ਬਹੁਤ ਮਹਿੰਗੀਆਂ ਪੈਂਦੀਆਂ ਜੀ। ਉਹਨਾਂ ਨੇ ਪੈਸੇ ਦੇ ਕੇ ਕੰਪਨੀ ਹਾਇਰ ਕੀਤੀ। ਉਹ ਕੰਪਨੀ ਨੇ ਇਹ ਗੱਲ ਕਹੀ ਕਿ ਜੀ ਜਿਵੇਂ ਵੱਡੇ ਸ਼ਹਿਰ ਨੇ, ਜਿਹੜੇ ਐਡਮਿੰਟਨ ਹੈ, ਕੈਲਗਰੀ ਹੈ, ਉਹਨਾਂ ਨਾਲੋਂ ਵਿਨੀਪੈਗ 'ਚ ਐਮਰਜੈਂਸੀ ਜਿਹੜੇ ਰੂਮਸ ਨੇ, ਜਿਵੇਂ ਆਪਾਂ ਐਮਰਜੈਂਸੀ ER ਵੀ ਕਹਿ ਦਿੰਦੇ ਆ, ਉਹ ਜ਼ਿਆਦਾ ਨੇ, ਉਹਦਾ ਨੰਬਰ ਘੱਟ ਕੀਤਾ ਜਾਵੇ। ਤੇ ਸਰਕਾਰ ਨੇ, ਮਤਲਬ ਉਹ ਪੁਰਾਣੀ ਸਰਕਾਰ ਤੋਂ ਨਵੀਂ ਸਰਕਾਰ ਜਦੋਂ ਟੇਕ ਓਵਰ ਹੋਇਆ, ਉਹਨਾਂ ਨੇ ਤੇ ਹੋਰ ਕੰਮ ਕੀਤਾ। ਤੇ ਉਹਨਾਂ ਨੇ ਜੀ ਹੁਣ 2 ਸਾਲਾਂ ਤੋਂ ਜਾਂ 3 ਸਾਲਾਂ ਤੋਂ ਉਹਨਾਂ ਨੇ ਕੀ ਕੀਤਾ ਕਿ ਜਿਹੜੇ 7 ਹਸਪੀਟਲ ਮੇਨ ਨੇ ਸਾਡੇ, ਉਹਨਾਂ 'ਚ 3 ਵਿੱਚ ਐਮਰਜੈਂਸੀ ਤੇ ਅਰਜੈਂਟ ਕੇਅਰ ਡਿਵਾਈਡ ਕਰਤਾ ਜੀ। ਹੁਣ ਉਹਨਾਂ ਦੇ ਅਕੋਰਡਿੰਗ ਐਮਰਜੈਂਸੀ ਸਰਵਿਸਿਜ਼ ਉਹ ਹੁੰਦੀਆਂ ਕਿ ਜੇ ਕਿਸੇ ਬੰਦੇ ਨੂੰ ਕੋਈ ਸਟ੍ਰੋਕ ਆ ਜਾਏ, ਕੋਈ ਬ੍ਰੇਨ ਡੈਮੇਜ ਹੋ ਜਾਏ, ਜਾਂ ਤੁਹਾਨੂੰ ਕੋਈ ਮੇਜਰ ਟਰਾਮਾ ਹੋ ਜਾਏ, ਬਹੁਤ ਐਲਰਜਿਕ ਰਿਐਕਸ਼ਨ ਹੋ ਜਾਏ, ਜਾਂ ਹਾਰਟ ਦੀ ਕੋਈ ਪ੍ਰੋਬਲਮ ਆ ਜਾਏ, ਉਹ ਕਹਿੰਦੇ ਜੀ ਤੁਸੀਂ ਫਿਰ ਐਮਰਜੈਂਸੀ 'ਚ ਜਾਓ। ਬਾਕੀ ਕੋਈ ਵੀ ਕੰਡੀਸ਼ਨ ਹੈ ਜਿਹੜੀ ਤੁਹਾਨੂੰ ਲਾਈਫ ਥ੍ਰੈਟਨਿੰਗ ਨਹੀਂ ਹੈ, ਤੁਸੀਂ ਅਰਜੈਂਟ ਕੇਅਰ 'ਚ ਜਾਓ। ਬਟ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ ਐਮਰਜੈਂਸੀ ਦੇ ਵਿੱਚ ਜਾਓ, ਤਾਂ ਜੇ ਕਈ ਵਾਰੀ ਆਪਣੇ ਮੇਜਰ ਕੰਡੀਸ਼ਨ ਦੇ ਵਿੱਚ ਹੀ ਬੰਦਾ ਚਲੇ ਜਾਂਦਾ ਜੀ, ਉੱਥੇ ਜਿਹੜੀ ਉਹ ਫਾਈਲ ਤਿਆਰ ਕਰਨ ਲਈ ਕਾਫੀ ਟਾਈਮ ਉਸ ਚੀਜ਼ ਨੂੰ ਵੀ ਲੱਗ ਜਾਂਦਾ। ਉਹ ਕੀ ਉਹਨਾਂ 'ਚ ਸੁਧਾਰ ਨਹੀਂ ਹੋਣਾ ਚਾਹੀਦਾ? ਲਖਵਿੰਦਰ ਜੀ, ਮੈਂ ਇਹੀ ਗੱਲ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਮੇਨ ਮੁੱਦਾ ਸੀਗਾ, ਉਹਨਾਂ ਦੇ ਮੇਨ ਜੋ ਮੋਟਿਵ ਸੀਗਾ ਕਿ ਅਸੀਂ ਪੇਸ਼ੈਂਟ ਦਾ ਜਿਹੜਾ ਵੇਟਿੰਗ ਟਾਈਮ ਉਹਨੂੰ ਘਟਾਉਣਾ ਹੈ ਜੀ। ਪਰ ਮੈਂ ਜੇ ਤੁਸੀਂ ਵੀ ਜਾਓ ਇੰਟਰਨੈਟ ਤੇ ਜਾ ਕੇ, ਸਾਰੇ ਕੋਈ ਵੀ ਬੰਦਾ ਸਰਚ ਕਰ ਸਕਦਾ ਕਿ ਤੁਸੀਂ ਜੇ ਵੇਟਿੰਗ ਟਾਈਮ ਅੱਜ ਦੀ ਡੇਟ 'ਚ ਵੀ ਦੇਖਿਆ ਜਾਓ, ਅੱਜ ਵੀ ਐਵਰੇਜਲੀ ਵੇਟਿੰਗ ਟਾਈਮ ਜਿਹੜਾ 4 ਤੋਂ 5 ਘੰਟੇ ਦਾ ਪੈਂਦਾ ਹੈ। ਪਹਿਲਾਂ ਵੀ ਉਹ ਨਹੀਂ ਸੀਗਾ। ਤੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਰਕਾਰ ਨੇ ਜਦੋਂ ਪਹਿਲਾਂ ਸਰਵੇ ਕਰਾਇਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਪੈਸੇ ਦੇ ਕੇ, ਜਿਹੜੇ ਸਾਡੇ ਟੈਕਸ ਡਾਲਰਸ ਨੇ, ਉਹ ਦੇ ਕੇ ਸਰਵੇ ਕਰਾਇਆ, ਤੇ ਅੱਜ ਤੋਂ 8-9 ਸਾਲ ਵੀ ਅਸੀਂ ਉੱਥੇ ਹੀ ਬੈਠੇ ਹੋਏ ਹਾਂ। ਅਸੀਂ ਉਸੇ ਗੱਲ ਨੂੰ ਅੱਜ ਦੀ ਡੇਟ 'ਚ ਵੀ ਉਸੇ ਗੱਲ ਤੇ ਜਦੋਜਹਿਦ ਕਰ ਰਹੇ ਹਾਂ ਕਿ ਜੀ ਸਾਡਾ ਵੇਟਿੰਗ ਟਾਈਮ ਤੇ ਘਟਿਆ ਹੀ ਨਹੀਂ। ਫਿਰ ਜਿਹੜੇ ਇਸ ਤਰ੍ਹਾਂ ਦੇ ਹੁਣ ਪ੍ਰਾਈਵੇਟ ਕਿਸੇ ਏਜੰਸੀ ਤੋਂ ਗਵਰਨਮੈਂਟ ਜਿਹੜੀ ਸਰਵੇ ਕਰਵਾਉਂਦੀ ਹੈ ਜੀ,
ਉਹਦਾ ਪੇ ਤਾਂ ਕਰਦੇ ਆ ਜੀ, ਉਹਦਾ ਪੇ ਵੀ ਆਪਾਂ ਨੂੰ ਮੈਂ ਉਹੀ ਕਹਿ ਰਿਹਾ ਟੈਕਸ ਡਾਲਰ ਤਾਂ ਸਾਡੇ ਲੱਗੇ ਆ ਜੀ। ਕੀ ਆਪਾਂ ਨੂੰ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਜੀ, ਜਿਹੜੇ ਸਰਕਾਰ ਦੇ ਵਿੱਚ ਬੰਦੇ ਬੈਠੇ ਨੇ, ਵੀ ਕੀ ਆਪਾਂ ਆਪਣੇ ਘਰ ਦਾ ਜਿਹੜੇ ਪਰਸਨਲ ਕਹੀਏ ਵੀ ਸਾਡੇ ਖਰਚੇ ਕਿਵੇਂ ਘਟ ਸਕਦੇ ਨੇ, ਆਪਾਂ ਨੂੰ ਉਹਦੇ ਬਾਰੇ ਦੇਣਾ ਤਾਂ ਪੈਣਾ ਹੀ ਹੈ ਨਾ ਜੀ। ਦੇਖੋ ਜੀ, ਸਿਆਣੀ ਗੱਲ ਤਾਂ ਇਹੀ ਹੁੰਦੀ ਹੈ ਕਿ ਜਿਹੜੇ ਬੰਦੇ ਜਿਹੜੇ ਸਿਸਟਮ 'ਚ ਕੰਮ ਕਰਦੇ ਆ ਪਹਿਲਾਂ ਉਹਦੇ ਤੋਂ ਫੀਡਬੈਕ ਲਿੱਤੀ ਜਾਵੇ, ਉਹ ਤੋਂ ਪੁੱਛਿਆ ਜਾਏ ਜੀ ਅਸੀਂ ਆਪਣੇ ਸਿਸਟਮ ਨੂੰ ਕਿਵੇਂ ਸੁਧਾਰੀਏ। ਜੀ ਜੀ ਬਿਲਕੁਲ। ਬਟ ਸਰਕਾਰ ਜਿਹੜੀ ਹੈ, ਜਿਹੜੇ ਜਿਵੇਂ ਅਸੀਂ ਵੀ ਹੈਲਥ ਕੇਅਰ 'ਚ ਕੰਮ ਕਰਦੇ ਹਾਂ, ਅਸੀਂ ਸਾਡੇ ਨਾਲੋਂ ਪੁੱਛਣ ਦੇ ਬਜਾਏ ਸਰਕਾਰ ਦੂਜੀ ਕੰਪਨੀ ਨੂੰ ਹਾਇਰ ਕਰਦੀ ਹੈ। ਕਿਉਂ ਹਾਇਰ ਕਰਦੀ ਹੈ, ਉਹ 'ਚ ਕੀ ਇੰਟੈਂਸ਼ਨਸ ਨੇ ਜੀ, ਉਹ ਕਿਸੇ ਨੂੰ ਵੀ ਨਹੀਂ ਪਤਾ। ਉਹੀ ਜਿਸ ਤਰ੍ਹਾਂ ਹੁਣ ਕੁਝ ਫੰਡਿੰਗ ਵਗੈਰਾ ਦੀ ਗੱਲ ਚੱਲਦੀ ਰਹਿੰਦੀ ਹੈ ਕਈ ਗਵਰਨਮੈਂਟ ਦੇ ਮਾਮਲਿਆਂ ਦੇ ਵਿੱਚ, ਉਹੀ ਚੀਜ਼ਾਂ ਹੁੰਦੀਆਂ ਨੇ ਜੀ। ਤੇ ਇੱਕ ਇਹ ਵੀ ਕਿਹਾ ਜਾਂਦਾ ਜੀ ਜਿਹੜੀ ਐਂਬੂਲੈਂਸ ਆ ਫ੍ਰੀ ਆ, ਕੀ ਇਹ ਫ੍ਰੀ ਹੁੰਦੀ ਹੈ ਜੀ? ਨਹੀਂ ਜੀ, ਇਹ ਐਂਬੂਲੈਂਸ ਫ੍ਰੀ ਉਹਨਾਂ ਲਈ ਹੈ ਜਿਨ੍ਹਾਂ ਦੀ ਇੰਸ਼ੋਰੈਂਸ ਹੈਗੀ ਹੈ ਜੀ। ਨਹੀਂ ਤਾਂ ਐਂਬੂਲੈਂਸ ਦੇ ਮੇਰੇ ਖਿਆਲ ਪਹਿਲਾਂ $500 ਹੁੰਦੇ ਸੀ, ਅੱਜ ਤੋਂ 3 ਸਾਲ 4 ਸਾਲ ਪਹਿਲਾਂ। ਫਿਰ ਇਹ ਸਰਕਾਰ ਨੇ ਥੋੜਾ ਘਟਾ ਕੇ $250 ਕਰਤੇ। ਬਟ ਜੇ ਤੁਹਾਨੂੰ ਐਂਬੂਲੈਂਸ ਦੀ ਜ਼ਰੂਰਤ ਪਵੇ, ਹਾਂ ਐਂਬੂਲੈਂਸ ਜਦੋਂ ਆ ਜਾਂਦੀ ਹੈ ਤੁਹਾਡੇ ਘਰ, ਜਿਹਨੂੰ ਟ੍ਰੀਟ ਕਰਦੇ ਜੀ, ਤੁਸੀਂ ਡਿਸਾਈਡ ਕਰਦੇ ਹੋ ਕਿ ਤੁਸੀਂ ਐਂਬੂਲੈਂਸ ਦੀ ਸਰਵਿਸ ਲੈਣੀ ਹੈ ਹਸਪੀਟਲ 'ਚ ਜਾਣ ਲਈ ਜੀ, ਤਾਂ ਉਹ ਤੁਹਾਨੂੰ $250 ਦਾ ਇੱਕ ਬਿੱਲ ਜ਼ਰੂਰ ਭੇਜ ਦੇਣਗੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈ, ਤੁਹਾਨੂੰ ਆਪਣੇ ਪੱਲਿਓਂ ਆਪਣੀ ਜੇਬ ਤੋਂ ਖਰਚ ਕਰਨਾ ਪੈਣਾ, ਬਟ ਉਹ ਫ੍ਰੀ ਨਹੀਂ ਹੈ। ਅੱਛਾ ਜੀ, ਫ੍ਰੀ ਨਹੀਂ ਹੈ। ਹਾਂ ਕੁਝ ਕਮਿਊਨਿਟੀਜ਼ ਕੁਝ ਹੈਗੀਆਂ, ਜਿਵੇਂ ਨਾਰਥ ਕਮਿਊਨਿਟੀਜ਼ ਹੈਗੀਆਂ, ਉਹਨਾਂ 'ਚ ਕੁਝ ਸਰਕਾਰ ਨੇ ਆਪਣੇ ਵੱਲੋਂ ਜੋ ਉਹਨਾਂ ਦੀ ਟੀਟੀਜ਼ ਵਗੈਰਾ ਹੈਗੀਆਂ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਕੁਝ ਫ੍ਰੀ ਦਿੱਤਾ ਹੋਇਆ ਸਰਵਿਸਿਜ਼, ਬਟ ਜਨਰਲ ਲੋਕਾਂ ਲਈ ਇਹ ਫ੍ਰੀ ਨਹੀਂ ਹੈ। ਕਿ ਕੀ ਗੱਲ, ਜੇ ਕਿਸੇ ਬੰਦੇ ਕੋਲੇ ਜੀ ਕੁਝ ਦੇਣ ਨੂੰ ਨਾ ਹੋਵੇ, ਮੰਨ ਲਓ ਲੋ ਇਨਕਮ ਦੇ ਵਿੱਚ ਹੈਗਾ, ਕੀ ਫਿਰ ਉਹਦਾ ਗਵਰਨਮੈਂਟ ਵੀਅਰ ਕਰਦੀ? ਹਾਂਜੀ, ਕੁਝ ਉਹਨਾਂ ਦੀ ਜਿਹੜੀ ਕੁਝ ਗਵਰਨਮੈਂਟ ਦੀਆਂ ਸਕੀਮਸ ਹੈਗੀਆਂ ਜਿਹਦੇ ਅੰਡਰ ਗਵਰਨਮੈਂਟ ਕੁਝ ਬਰਡਨ ਆਪ ਵੀ ਚੱਕਦੀ ਆ ਤੇ ਕੁਝ ਤੁਹਾਨੂੰ ਫਿਰ ਵੀ ਪੇ ਕਰਨਾ ਪੈਂਦਾ ਹੈ। ਬਟ ਜਿਵੇਂ ਕੁਝ ਕਾਫੀ ਲੋ ਇਨਕਮ ਆ ਜਾਂਦੀ ਹੈ ਤੇ ਦੈਟ ਇਜ਼ ਫ੍ਰੀ, ਮੇਰੇ ਹਿਸਾਬ ਨਾਲ ਫ੍ਰੀ ਦਿੰਦੇ ਨੇ। ਜਿਵੇਂ ਆਪਣਾ ਦਵਾਈਆਂ ਦਾ ਵੀ ਉਵੇਂ ਹੀ ਹੈਗਾ ਸਿਸਟਮ, ਇਹਦੇ 'ਚ ਵੀ ਐਵੇਂ ਸਿਸਟਮ ਕੰਮ ਕਰਦਾ ਹੈ ਵਾਲਾ। ਫਿਰ ਇਨ ਕੇਸ ਆਫ ਐਕਸੀਡੈਂਟ ਉੱਥੇ ਕੀ ਸੇਵਾਵਾਂ ਫ੍ਰੀ ਨੇ ਜੀ? ਜੀ ਇਹ ਹੁੰਦਾ ਹੈ ਕਿ ਐਕਸੀਡੈਂਟ ਦੇ ਕੇਸਿਸ ਵਿੱਚ ਉਹ ਤੁਹਾਡਾ ਹੈਲਥ ਕਾਰਡ ਚੈੱਕ ਕਰਨਗੇ ਜੀ, ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ। ਜੇ ਤੁਸੀਂ ਅਨਕੌਂਸ਼ੀਅਸ ਹੋ, ਉਹਨਾਂ ਦੀ ਪਹਿਲੀ ਪ੍ਰਾਇੋਰਟੀ ਇਹ ਹੈਗੀ ਹੈ ਕਿ ਤੁਸੀਂ ਉਹਨਾਂ ਨੇ ਬੰਦੇ ਦੀ ਜਾਨ ਬਚਾਉਣੀ ਹੈ ਜੀ। ਉਹਨਾਂ ਨੇ ਉਸ ਟਾਈਮ ਇਹ ਨਹੀਂ ਦੇਖਣਾ ਕਿ ਸਾਨੂੰ ਪੈਸੇ ਮਿਲਦੇ ਆ ਕਿ ਨਹੀਂ ਮਿਲਦੇ। ਮੈਂ ਉਹ ਕਹਿ ਰਿਹਾ ਕਿ ਇੱਥੇ ਕੁਝ ਚੀਜ਼ਾਂ ਬਹੁਤ ਅੱਛੀਆਂ ਵੀ ਨੇ, ਫਿਰ ਉਹ ਕੇਅਰ ਨਹੀਂ ਕਰਦੇ ਕਿ ਤੁਹਾਨੂੰ ਪੈਸੇ ਲੱਗ ਰਹੇ ਆ ਕਿ ਨਹੀਂ ਲੱਗ ਰਹੇ। ਤੇ ਲਖਵਿੰਦਰ ਜੀ, ਬੜੀ ਨਾਰਮਲ ਜੀ ਗੱਲ ਹੈ, ਜੇ ਕੋਈ ਬੰਦਾ ਸੜਕ ਕਿਨਾਰੇ ਡਿੱਗਿਆ ਪਿਆ ਕੋਈ ਐਕਸੀਡੈਂਟ ਕਰਕੇ, ਉਹਨੂੰ ਵੀ ਪ੍ਰਾਇੋਰਟੀ ਇਹ ਹੋਏਗੀ ਕਿ ਜੀ ਮੈਨੂੰ ਪਹਿਲਾਂ ਮੈਡੀਕਲ ਅਟੈਂਸ਼ਨ ਮਿਲੇ, ਇੰਸਟੈਡ ਕਿ ਮੈਂ ਪੈਸੇ ਦੇਖਾਂ ਕਿ ਕਿੰਨੇ ਪੈਸੇ ਲੱਗਣਗੇ। ਤੇ ਸਰਕਾਰ ਵੀ ਉਸ ਮਾਮਲੇ 'ਚ ਨਹੀਂ ਦੇਖਦੀ ਕਿ ਜੀ ਪੈਸੇ ਦੇ ਪਾਊਗਾ ਕਿ ਨਹੀਂ ਦੇ ਪਾਊਗਾ। ਜੇ ਉਹਨੂੰ ਬਿੱਲ ਜਨਰੇਟ ਵੀ ਹੋ ਗਿਆ ਤੇ ਉਹ ਆਸਾਨ ਕਿਸ਼ਤਾਂ ਵਿੱਚ ਬਾਅਦ ਚੋਂ ਕਿਸ਼ਤਾਂ ਬਣਾ ਕੇ ਪੈਸੇ ਤਾਂ ਲੈਣਗੇ ਤੁਹਾਡੇ ਤੋਂ। ਜੀ ਬਿਲਕੁਲ। ਇੱਕ ਤੁਸੀਂ ਇਹਦੇ ਬਾਰੇ ਵਿਚਾਰਨਾ ਪਾਓ ਜੀ, ਜਿਸ ਤਰ੍ਹਾਂ ਹੁਣ ਆਪਾਂ ਇੱਧਰ ਨਾਰਥ ਦੇ ਵਿੱਚ ਰਹਿਣੇ ਹੈਗੇ ਆ, ਵੀ ਕੋਈ ਗਵਰਨਮੈਂਟ ਦੇ ਇਸ ਤਰ੍ਹਾਂ ਦੇ ਪੈਰੀਮੀਟਰਸ ਨੇ ਵੀ ਇਹ ਐਮਰਜੈਂਸੀ ਹੈਗੀ ਆ, ਇਹ ਅਰਜੈਂਟ ਕੇਅਰ ਹੈਗਾ? ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਹੈ ਕਿ ਜਿਵੇਂ ਇਹਨਾਂ ਨੇ ਕੁਝ ਆਪਣੇ ਇਹਨਾਂ ਦੇ ਪੈਰਾਮੀਟਰਸ ਤੈਅ ਕੀਤੇ ਹੋਏ ਨੇ। ਜੇ ਕਿਸੇ ਦਾ ਕੋਈ ਬ੍ਰੇਨ ਇੰਜਰੀ ਹੁੰਦੀ ਹੈ, ਕੋਈ ਸਪਾਈਨਲ ਕਾਰਡ ਇੰਜਰੀ ਹੁੰਦੀ ਹੈ, ਜੇ ਕਿਸੇ ਨੂੰ ਕੋਈ ਬਹੁਤ ਵੱਡੀ ਐਲਰਜਿਕ ਰਿਐਕਸ਼ਨ ਹੋ ਜਾਂਦੀ ਹੈ, ਜਾਂ ਕੋਈ ਤੁਹਾਨੂੰ ਕੋਈ ਟਰਾਮਾ ਆਉਂਦਾ, ਟਰਾਮਾ ਮਤਲਬ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਹੈ, ਜਾਂ ਤੁਹਾਨੂੰ ਸਟ੍ਰੋਕ ਆਉਂਦਾ ਹੈ, ਜਾਂ ਤੁਹਾਨੂੰ ਹਾਰਟ ਅਟੈਕ ਆ ਜਾਂਦਾ ਹੈ, ਇਹ ਸਭ ਚੀਜ਼ਾਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹਨਾਂ ਨੇ ਐਮਰਜੈਂਸੀ 'ਚ ਕੈਟੇਗਰਾਈਜ਼ ਕੀਤੀਆਂ ਹੋਈਆਂ। ਬਾਕੀ ਕੁਝ ਵੀ ਕੰਡੀਸ਼ਨਸ ਹੁੰਦੀਆਂ, ਜਿਵੇਂ ਤੁਹਾਨੂੰ ਸਪੋਜ਼ ਕੋਈ ਸਾਹ ਨਹੀਂ ਆ ਰਿਹਾ, ਜਾਂ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੈ, ਸ਼ਿਵਰਿੰਗ ਵਗੈਰਾ ਹੋ ਗਈ ਹੈ, ਉਹਨਾਂ ਨੂੰ ਉਹ ਕਹਿੰਦੇ ਐਮਰਜੈਂਸੀ ਹੈ ਬਟ ਇਹ ਲਾਈਫ ਥ੍ਰੈਟਨਿੰਗ ਨਹੀਂ ਹੈ। ਮਤਲਬ ਉਸ ਦੇ ਨਾਲ ਬੰਦੇ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੈ ਤੇ ਉਹਨੂੰ ਅਰਜੈਂਟ ਕੇਅਰ 'ਚ ਪਾਤਾ ਉਹਨਾਂ ਨੇ। ਤੇ ਜਿਵੇਂ ਕਿਸੇ ਦੀ ਸਪੋਜ਼ ਤੁਹਾਡੇ ਕਿਸੇ ਦਾ ਫ੍ਰੈਕਚਰ ਹੋ ਗਿਆ, ਕਿਸੇ ਐਕਸੀਡੈਂਟ ਹੋ ਗਿਆ, ਤਾਂ ਉਹ ਕੀ ਕਰਨਗੇ ਕਿ ਤੁਹਾਨੂੰ ਜਿਵੇਂ ਉਹਨਾਂ ਨੇ ਪਲਸਟਰ, ਜਿਵੇਂ ਕਹਿੰਦੇ ਆ ਪਲਸਟਰ ਲਗਾ ਕੇ ਤੁਹਾਨੂੰ ਠੀਕ ਕਰ ਦੇਣਗੇ। ਜੇ ਉਸ ਤੋਂ ਇਲਾਵਾ ਤੁਹਾਨੂੰ ਉਹਨੂੰ ਕੁਝ ਅੱਗੇ ਫਰਦਰ ਟ੍ਰੀਟਮੈਂਟ ਦੇਣਾ ਪੈਂਦਾ, ਜੇ ਕਿਸੇ ਕਹਿੰਦੇ ਪਏ ਜੀ ਰੋਡ ਪੈਣੀ ਹੈ, ਕੁਝ ਹੈਗਾ, ਉਹ ਫਿਰ ਤੁਹਾਨੂੰ ਫਰਦਰ ਰਿਕਮੈਂਡ ਕਰਦੇ ਨੇ, ਉਹ ਤੁਹਾਨੂੰ ਫਿਰ ਦੂਜੇ ਹਸਪੀਟਲਸ ਜਾਣਾ ਪੈਂਦਾ ਹੈ। ਕੀ ਇਦਾਂ ਨਹੀਂ ਲੱਗਦਾ ਹੈਗਾ ਜੀ, ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਬੈਕ ਹੋਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੀ ਹੋ ਸਕਦਾ ਇਹਨਾਂ ਨੇ ਉਸ ਤਰ੍ਹਾਂ ਦਾ ਕਨਸੈਪਟ ਇਹ ਚਾਹੁੰਦੇ ਹੋਣ ਵੀ ਕਿਸੇ ਬੰਦੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਨੇੜੇ ਦੇ ਹਸਪਤਾਲ ਚਲਾ ਜਾਓ, ਲਿਪਾ ਪੁੱਛੀ ਕਰਕੇ ਟੀਕੇ ਲਾ ਕੇ ਗਲੂਕੋਜ਼ ਲਾ ਕੇ ਨਾਲ ਤੋਰ ਦਿੰਦੇ ਨੇ ਵੀ ਚੱਲ ਵੀ ਅਗਲੇ ਤੂੰ ਲੁਧਿਆਣੇ ਲੈ ਜਾ ਜਾਂ ਤੂੰ ਚੰਡੀਗੜ੍ਹ ਲੈ ਜਾ। ਲਖਵਿੰਦਰ ਜੀ, ਗੱਲ ਇਹ ਹੈਗੀ ਹੈ ਕਿ ਇੱਥੇ ਥੋੜੀ ਇਹਨਾਂ ਦਾ ਮੈਡੀਕਲ ਸਿਸਟਮ ਜਿਹੜਾ ਕੈਨੇਡਾ ਦਾ ਤਾਂ ਬਹੁਤ ਡਿਫਰੈਂਟ ਹੈਗਾ ਆਪਣਾ ਬੈਕ ਹੋਮ ਨਾਲੋਂ। ਔਰ ਇਹ ਕੀ ਕਰਦੇ ਨੇ ਕਿ ਇੱਥੇ ਸਪੈਸ਼ਲਾਈਜ਼ਡ ਜਿਹੜੇ ਡਾਕਟਰਸ ਨੇ, ਤੁਹਾਨੂੰ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ, ਜਿੰਨੇ ਡਾਕਟਰਸ ਨੇ ਉਹ ਗਵਰਨਮੈਂਟ ਦੇ EMPLOYEES ਨਹੀਂ ਹੈ। ਅੱਛਾ ਜੀ। ਉਹ ਸਾਰੇ ਕੰਟਰੈਕਟ ਬੇਸਿਸ ਤੇ ਹੁੰਦੇ ਨੇ। ਓਕੇ। ਜਿਵੇਂ ਆਪਾਂ ਹੁਣ ਕਿਸੇ ਜੇ 7 ਓਕਸ, ਸਪੋਜ਼ ਕਿਸੇ ਨੂੰ 7 ਓਕਸ ਜਾਣਾ ਪਵੇ, ਬਟ ਉਹ ਬੰਦੇ ਨੂੰ ਖੁਦਾ ਨਾ ਖਾਸਤਾ ਉਹਨੂੰ ਕੈਂਸਰ ਦੀ ਬਿਮਾਰੀ ਹੈ, ਹੁਣ ਉਹਨਾਂ ਕੋਲ ਕੈਂਸਰ ਸਪੈਸ਼ਲਿਸਟ ਨਹੀਂ ਹੋਏਗਾ, ਉਹ ਕੈਂਸਰ ਸਪੈਸ਼ਲਿਸਟ ਕੈਂਸਰ ਕੇਅਰ ਮੈਨੀਟੋਬਾ 'ਚ ਹੋਏਗਾ, ਉਹ ਉਸ ਹਸਪੀਟਲ 'ਚ ਰਿਕਮੈਂਡ ਕਰਨਗੇ। ਉੱਥੇ ਜਿਹੜੇ ਸਪੈਸ਼ਲਾਈਜ਼ਡ ਡਾਕਟਰ ਨੇ ਉਹ ਸਿਰਫ ਇੱਕ ਤੁਸੀਂ ਕਹਿ ਲਓ ਕਿ ਠੇਕੇ ਤੇ ਰੱਖੇ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਪੇਸ਼ੈਂਟ ਵਾਈਜ਼ ਦੇਖਣਾ। ਐਸੀ ਕਰਕੇ ਇੱਕ ਇਹ ਚੀਜ਼ ਹੁੰਦੀ ਹੈ ਕਿ ਉਹ ਪਰ ਪੇਸ਼ੈਂਟ ਚਾਰਜ ਕਰਦੇ ਨੇ ਗਵਰਨਮੈਂਟ ਨੂੰ, ਨਾ ਕਿ ਸਾਨੂੰ ਨਹੀਂ ਪਤਾ ਚੱਲਦਾ ਕਿ ਇਹ ਮਤਲਬ WRHA ਦਾ ਜਾਂ ਗਵਰਨਮੈਂਟ ਦਾ ਡਾਕਟਰ ਹੈ ਕਿ ਪ੍ਰਾਈਵੇਟ ਹੈ, ਬਟ ਉਹ ਸਾਰੇ ਇੱਕ ਤਰ੍ਹਾਂ ਦੇ ਪ੍ਰਾਈਵੇਟ ਹੁੰਦੇ ਨੇ, ਬਟ ਉਹ ਸਾਰੇ ਠੇਕੇ ਤੇ ਹੁੰਦੇ ਨੇ। ਇਸ ਤਰ੍ਹਾਂ ਕੀ ਹੁੰਦਾ ਹੈ ਕਿ ਉਹਨਾਂ ਨੇ ਜਿਹੜੀ ਗਵਰਨਮੈਂਟ ਨੇ ਕੀ ਕੀਤਾ ਕਿ ਜਿਹੜੀਆਂ ਸਰਵਿਸਿਜ਼ ਨੇ, ਮੈਡੀਕਲ ਸਪੈਸ਼ਲਿਸਟ ਸਰਵਿਸਿਜ਼ ਨੇ, ਉਹ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੀ
ਜਿਵੇਂ ਤੁਸੀਂ ਪੈਨਮ ਕਲੀਨਿਕ 'ਚ ਜਾਓ ਜਾਂ ਮਿਸੇਕੋਰਡੀਆ ਜਾਓ ਤੇ ਸਿਰਫ ਹੱਡੀਆਂ ਦਾ ਇਲਾਜ ਹੋਏਗਾ ਜੀ। ਤੁਸੀਂ ਬ੍ਰੈਸਟ ਮੈਨੀਟੋਬਾ 'ਚ ਜਾਓ ਤੇ ਸਿਰਫ ਜਿਹਨੇ ਬ੍ਰੈਸਟ ਨਾਲ ਫੀਮੇਲਸ ਦੀ ਰਿਲੇਟਡ ਪ੍ਰੋਬਲਮਸ ਨੇ ਉੱਥੇ ਸੋਲਵ ਕੀਤੀਆਂ ਜਾਣਗੀਆਂ। ਕੈਂਸਰ ਕੇਸ ਤੁਹਾਨੂੰ ਕੈਂਸਰ ਦਾ ਇਲਾਜ ਹੋਏਗਾ, ਵਿੱਚ ਹੈਲਥ ਸਾਇੰਸ ਸੈਂਟਰ 'ਚ ਪੀਡੀਆਟ੍ਰਿਕਸ ਹੈਗਾ ਬੱਚਿਆਂ ਵਾਲਾ, ਉੱਥੇ ਬੱਚਿਆਂ ਦਾ ਇਲਾਜ ਹੋਏਗਾ। ਇਸੇ ਤਰ੍ਹਾਂ ਨੇ ਜਿੰਨੀਆਂ ਸਰਵਿਸਿਜ਼ ਨੇ ਸਾਰੀਆਂ ਇੰਸਟੈਂਟ ਮਤਲਬ ਡਿਵਾਈਡ ਕਰਤੀਆਂ। ਇੰਸਟੈਂਟ ਕਿ ਤੁਸੀਂ 4 ਡਾਕਟਰ ਇੱਥੇ ਰੱਖੋ 5 ਡਾਕਟਰ ਉੱਥੇ, ਤਾਂ ਐ ਨਹੀਂ ਕੀਤਾ, ਸਪੈਸ਼ਲਾਈਜ਼ਡ ਇੱਕ ਜਗ੍ਹਾ ਤੇ ਕਰਤਾ। ਹੁਣ ਇਸ ਚੀਜ਼ ਦਾ ਇੱਕ ਨੁਕਸਾਨ ਵੀ ਹੈਗਾ ਤੇ ਫਾਇਦਾ ਵੀ ਹੈਗਾ। ਨੁਕਸਾਨ ਇਹ ਹੋ ਗਿਆ ਕਿ ਜਿਸ ਸਪੋਜ਼ ਆਪਾਂ ਨਾਰਥ ਵਿੱਚ ਰਹਿੰਦੇ ਹਾਂ ਜੀ ਵਿਨੀਪੈਗ ਦੇ, ਹੁਣ ਇੱਥੇ ਜਦੋਂ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਹੈ, ਹੁਣ ਕਈ ਵਾਰੀ ਹੁੰਦਾ ਕਿ ਟਰੈਵਲ ਕਰਨਾ ਬਹੁਤ ਮੁਸ਼ਕਿਲ ਹੁੰਦਾ, ਕਈ ਡਿਜ਼ੀਜ਼ ਇਹੋ ਜਿਹੀਆਂ ਹੁੰਦੀਆਂ ਤੇ ਸਾਨੂੰ ਫਿਰ ਆਲ ਦਾ ਵੇ ਟੂ ਦ ਸਾਊਥ ਤੱਕ ਜਾਣਾ ਪੈਂਦਾ ਜੀ। ਜਿਸ ਤਰ੍ਹਾਂ ਵਿਕਟੋਰੀਆ ਹਸਪੀਟਲ, ਹੁਣ ਜਿਵੇਂ ਕਈ ਕੁਝ ਜਿਨ੍ਹਾਂ ਨੂੰ ਕੋਈ ਕੈਂਸਰ ਹੈ ਜਾਂ ਜਿਨ੍ਹਾਂ ਨੂੰ ਡਾਇਲਿਸਿਸ ਹੋਣਾ ਹੈ ਤੇ ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੀਟਮੈਂਟ ਲੈਣ ਲਈ ਹਰ ਹਫਤੇ ਜਾਂ ਹਰ ਦੂਸਰੇ ਦਿਨ ਟਰੈਵਲ ਕਰਨਾ ਪੈਂਦਾ ਬਹੁਤ ਜ਼ਿਆਦਾ। ਇੰਸਟੈਡ ਕਿ ਇੱਕੋ ਜਗ੍ਹਾ ਤੇ ਤੁਸੀਂ ਖੜ ਕੇ ਟ੍ਰੀਟਮੈਂਟ ਮਿਲੋ, ਨਹੀਂ, ਉਹ ਪੋਸੀਬਲ ਨਹੀਂ ਕਰ ਰਹੇ। ਹੁਣ ਹਰ ਚੀਜ਼ ਦੀ ਗੱਲ ਹੋਈ ਹੈ ਕਿ ਜੀ ਐਡਵਾਂਟੇजेस ਵੀ ਹੈਗੀਆਂ ਤੇ ਡਿਸਐਡਵਾਂਟੇजेस ਵੀ ਹੈਗੀਆਂ, ਬਟ ਮੇਰੇ ਵਿਚਾਰ ਨਾਲ ਇਹ ਚੀਜ਼ਾਂ ਨੂੰ ਥੋੜਾ ਸੌਖਾ ਕਰਨਾ ਚਾਹੀਦਾ ਲੋਕਾਂ ਲਈ। ਮੇਨ ਫੋਕਸ ਜੋ ਇਹਨਾਂ ਦਾ ਅੱਜ ਤੋਂ 8-10 ਸਾਲ ਪਹਿਲਾਂ ਸੀਗਾ ਕਿ ਜੀ ਅਸੀਂ ਵੇਟਿੰਗ ਟਾਈਮ ਘਟਾਣਾ ਪੇਸ਼ੈਂਟ ਦਾ, ਮੈਨੂੰ ਕਿਸੇ ਤਰ੍ਹਾਂ ਨਹੀਂ ਲੱਗਦਾ ਕਿ ਕਿਸੇ ਵੀ ਹਾਲਤ 'ਚ ਘਟਿਆ। ਚਲੋ ਇਸ ਸਾਲ ਤਾਂ ਆਪਾਂ ਇੱਕ ਐਕਸੈਪਸ਼ਨ ਲੈ ਲਈਏ ਕਿ ਜੀ ਕੋਵਿਡ ਕਰਕੇ ਹਰ ਚੀਜ਼ ਹੀ ਜਿਹੜੀ ਹੈ ਮਤਲਬ ਉਲਟੀ ਹੋਈ ਪਈ ਹੈ, ਸਾਰੀਆਂ ਮੈਡੀਕਲ ਸਰਵਿਸਿਜ਼ ਬਹੁਤ ਜ਼ਿਆਦਾ ਇਫੈਕਟ ਕੀਤੀਆਂ ਹੈਗੀਆਂ ਤੇ ਸਾਡੇ ਡਾਕਟਰਸ ਨੇ, ਪੈਰਾਮੈਡਿਕਸ, ਨਰਸਿਸ ਨੇ ਬਹੁਤ ਹਾਰਡ ਵਰਕ ਕੀਤਾ ਲੋਕਾਂ ਨੂੰ ਬਚਾਉਣ ਲਈ, ਲੋਕਾਂ ਦੀ ਹੈਲਪ ਕਰਨ ਲਈ। ਇੱਕ ਹੋਰ ਹੈ ਜੀ, ਜਿਸ ਤਰ੍ਹਾਂ ਹੁਣ ਦਿਨੋਂ ਦਿਨ ਆਪਣੇ ਵਿਨੀਪੈਗ ਦੀ ਆਬਾਦੀ ਵੱਧਦੀ ਜਾ ਰਹੀ ਆ, ਕੁਝ ਪੁਰਾਣੇ ਬੰਦੇ ਨੇ ਸੋਚ ਕੇ ਹਸਪੀਟਲ ਬਣਾਏ ਨੇ। ਦੇਖੋ ਵਿਨੀਪੈਗ ਦੇ 4 ਚੁਫੇਰੇ ਆਪਾਂ ਦੇਖਿਆ ਜਾਵੇ ਮੋਸਟਲੀ ਕਾਰਨਰੀ ਆ ਜਾਂਦੇ ਨੇ, ਵਿਕਟੋਰੀਆ ਹਸਪੀਟਲ ਆ, ਗ੍ਰੇਸ ਹਸਪੀਟਲ ਆ, ਕੰਬੋਡੀਆ ਹੈਗਾ ਤੇ ਇੱਧਰ ਸੈਵਨੌਕਸ ਹੈਗਾ ਤੇ ਮਿਡਲ ਦੇ ਵਿੱਚ ਵੀ ਹੈਗੇ ਨੇ। ਬਿਲਕੁਲ ਮਿਜ਼ਰਕੋਡੀਆ ਹੋਇਆ ਤਾਂ ਆਪਣੇ ਸੇਂਟ ਬੋਨਫੇਸ ਹਸਪੀਟਲ ਹੋਇਆ, ਹੈਲਥ ਸਾਇੰਸ ਸੈਂਟਰ ਹੋਇਆ, ਵੀ ਕੁਝ ਦੇਖ ਕੇ ਬਣਾਏ ਨੇ। ਕੀ ਜਿਹੜੀਆਂ ਹੁਣ ਸੇਵਾਵਾਂ ਇਹ ਠੱਪ ਕੀਤੀਆਂ ਨੇ, ਕਿੰਨਾ ਕੁ ਤੁਹਾਡੇ ਹਿਸਾਬ ਨਾਲ ਜੀ ਗਵਰਨਮੈਂਟ ਨੇ ਬਜਟ ਆ ਜਿਹੜਾ ਸੇਵ ਕੀਤਾ ਹੋਊ? ਲਖਵਿੰਦਰ ਜੀ, ਇਹ ਸਭ ਤੋਂ ਵੱਡਾ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਜੋ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਇਹਨਾਂ ਦਾ ਮੋਟਿਵ ਤਾਂ ਇਹੀ ਸੀਗਾ, ਇਹਨਾਂ ਦਾ ਉਦੇਸ਼ ਇਹੀ ਸੀਗਾ ਕਿ ਅਸੀਂ ਪੈਸੇ ਘਟਾਣੇ ਨੇ, ਆਪਣਾ ਖਰਚਾ ਦੇਖਣਾ ਸੀ ਕਿੱਥੇ ਬਚਾਉਣਾ ਤੇ ਆਪਣਾ ਪੇਸ਼ੈਂਟ ਦਾ ਵੇਟਿੰਗ ਟਾਈਮ ਨੂੰ ਘਟਾਉਣਾ। ਬਟ ਤੁਸੀਂ ਬੜੇ ਹੈਰਾਨ ਹੋਵੋਗੇ ਜਾਣ ਕੇ ਕਿ ਹਜੇ ਤੱਕ ਇਸ ਚੀਜ਼ ਬਾਰੇ ਕੋਈ ਡਾਟਾ ਨਹੀਂ ਕੱਢਿਆ ਗਿਆ ਕਿ ਉਹਨਾਂ ਨੇ ਕਿੰਨੇ ਕੁ ਪੈਸੇ ਉਹਨਾਂ ਨੂੰ ਬਚੇ ਇਹ ਸਰਵਿਸਿਜ਼ ਘਟਾਉਣ ਨਾਲ, ਤੇ ਉਹ ਪੈਸੇ ਕਿੱਥੇ ਗਏ, ਕਿਹੜੀ ਸਰਵਿਸਿਜ਼ 'ਚ ਲੱਗੇ। ਹੁਣ ਇੱਕ ਹੋਰ ਗੱਲ ਹੈਗੀ ਹੈ ਕਿ ਕਾਫੀ ਲੋਕ ਜਦੋਂ ਜਿਵੇਂ ਇਹਨਾਂ ਨੇ ਸੈਵਨੌਕਸ ਨੂੰ ਐਮਰਜੈਂਸੀ ਤੋਂ ਕੱਢ ਕੇ ਅਰਜੈਂਟ ਕੇਅਰ 'ਚ ਪਾਤਾ, ਉਹ ਤੋਂ ਕਿੰਨੇ ਲੋਕਾਂ ਨੂੰ ਲੇ ਆਫ ਕੀਤਾ ਗਿਆ। ਕੁਝ ਨਰਸਿਸ ਸੀਗੀਆਂ, ਕੁਝ ਪੈਰਾਮੈਡਿਕਸ ਸੀਗੇ, ਕੁਝ ਹੈਲਥ ਕੇਅਰ ਦੇ ਹੋਰ ਸਟਾਫ ਸੀਗੇ, ਤੇ ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਅਸੀਂ ਲੇ ਆਫ ਕਰ ਰਹੇ ਹਾਂ, ਤੁਸੀਂ ਦੁਬਾਰਾ ਆਪਣਾ ਰਿਜ਼ਿਊਮ ਭੇਜੋ, ਦੁਬਾਰਾ ਅਸੀਂ ਅਪਲਾਈ ਕਰੋ ਤੇ ਤੁਹਾਨੂੰ ਅਸੀਂ ਦੂਸਰੇ ਹਸਪੀਟਲ 'ਚ ਲਵਾਂਗੇ। ਮਤਲਬ ਇਹ ਵੀ ਇੱਕ ਸਿਸਟਮ ਤੇ ਬੋਝ ਹੀ ਹੋ ਗਿਆ। ਬਿਲਕੁਲ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਜੀ, ਸਾਡਾ ਪ੍ਰੋਗਰਾਮ ਹੈ ਜਿਹੜਾ ਫੇਸਬੁੱਕ ਪੇਜ ਦੇ ਉੱਤੇ ਵੌਇਸ ਆਫ ਇੰਡੀਆ ਮੀਡੀਆ ਦੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਚੱਲ ਰਿਹਾ, YouTube ਤੇ ਵੀ ਲਾਈਵ ਚੱਲ ਰਿਹਾ। ਤੁਸੀਂ ਆਪਣੇ ਕਮੈਂਟਸ ਦੇ ਸਕਦੇ ਹੋ ਸਾਨੂੰ, ਜਿਸ ਤਰ੍ਹਾਂ ਵੀ ਤੁਹਾਡੀਆਂ ਕੋਈ ਸੁਝਾਅ ਨੇ ਅਸੀਂ ਉਹਨਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਅਸੀਂ ਵੱਖਰੇ ਪ੍ਰੋਗਰਾਮਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਜਿਹੜੇ ਸਾਡੀ ਕਮਿਊਨਿਟੀ ਦੇ ਨਾਲ ਰਿਲੇਟਡ ਹੈਗੇ ਨੇ। ਗਗਨ ਜੀ, ਇੱਕ ਇਹ ਪੁੱਛਣਾ ਚਾਹਾਂਗੇ, ਇੱਕ ਆਪਣੇ ਇੱਥੇ ਵਿਨੀਪੈਗ ਦੇ ਵਿੱਚ ਦੇਖਿਆ ਜਾਂਦਾ ਵੀ 에ਅਰ ਸੇਵਾਵਾਂ ਵੀ ਹੈਗੇ ਨੇ, 에ਅਰ ਲਿਫਟ ਕਰਕੇ ਹੈਗੀ, ਹਾਂਜੀ, ਜਿਹੜੇ ਫਿਰ ਉਹਦੇ ਐਕਸਪੈਂਸਿਸ ਨੇ ਉਹਦੇ ਬੀਅਰ ਕੌਣ ਕਰਦਾ? ਸਪੋਜ਼ ਕਰੋ ਕੋਈ ਆਊਟ ਆਫ ਸਿਟੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਸਟੈਂਡ ਬੈਕ ਆ, ਦੂਰ ਦਰਾਡੇ ਜਿਹੜੇ ਨੀਅਰ ਬਾਈ ਸਿਟੀ ਨੇ, ਵੀ ਜਦੋਂ ਉੱਥੋਂ ਬੰਦੇ ਨੂੰ 에ਅਰ ਲਿਫਟ ਕੀਤਾ ਜਾਂਦਾ ਹੈਗਾ, ਕੀ ਉਹਦੇ ਚਾਰजेस ਕੌਣ ਪੇ ਕਰਦਾ? ਲਿਖੁੰਦੇ ਜੀ, ਇਹਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕੁਝ ਗਵਰਨਮੈਂਟ ਦੀਆਂ ਸਕੀਮਸ ਹੈਗੀਆਂ ਆਪਣੀਆਂ, ਉਹਦੇ ਅੰਡਰ ਵੀ ਜੇ ਬੰਦਾ ਅਫੋਰਡ ਨਹੀਂ ਕਰ ਸਕਦਾ ਤੇ ਇਹਨਾਂ ਦਾ ਇੱਕ ਪੈਨਲ ਹੁੰਦਾ, ਉਹ ਡਿਸਾਈਡ ਕਰਦਾ ਕਿ ਜੀ ਇਸ ਬੰਦੇ ਨੂੰ ਅੱਜ ਦੀ ਡੇਟ 'ਚ ਐਮਰਜੈਂਸੀ 'ਚ ਲਿਫਟ ਕਰਨ ਦੀ ਜ਼ਰੂਰਤ ਹੈਗੀ ਹੈ, ਤੇ ਜੇ ਉਹ ਡਿਸਾਈਡ ਕਰਦਾ ਕਿ ਉਹਦੇ ਵਾਸਤੇ ਠੀਕ ਹੈ ਉਹਦੀ ਜਾਨ ਬਚਾਉਣ ਨੂੰ, ਦੈਨ ਗਵਰਨਮੈਂਟ ਵਿਲ ਪੇ ਜੀ। ਅਦਰਵਾਈਜ਼ ਉਹਨਾਂ ਨੇ ਉਹੀ ਕਰਨਾ ਕਿ ਤੁਹਾਡੀ ਕਿਸ਼ਤਾਂ ਬੰਦ ਦੇਣੀਆਂ, ਬਟ ਉਹ ਬਹੁਤ ਜੈਨੂਇਨ ਜਿਹਾ ਹੁੰਦਾ। ਇਹ ਨਹੀਂ ਹੈਗਾ ਕਿ ਜੇ ਤੁਹਾਨੂੰ $10-15,000 ਪਾ ਦੇਣਗੇ, ਨਹੀਂ, ਇਹ ਨਹੀਂ ਹੈਗਾ, ਬਟ ਉਹ ਘੱਟ ਹੈ, ਬਟ ਕਈ ਵਾਰ ਤੁਹਾਨੂੰ ਪੇ ਕਰਨਾ ਪੈਂਦਾ ਹੈ। ਬਟ ਕਿਉਂਕਿ ਐਮਰਜੈਂਸੀ ਹੈ, ਪੈਨਲ ਨੇ ਡਿਸਾਈਡ ਕੀਤਾ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਡੇ ਕਿੰਨੇ ਪੈਸੇ ਲੱਗਦੇ ਆ, ਉੱਥੇ ਇੱਕ ਹਿਊਮਨ ਲਾਈਫ ਦੀ ਬਹੁਤ ਅੱਛੀ ਵੈਲਿਊ ਹੈਗੀ ਹੈ। ਜੀ। ਜਿਸ ਤਰ੍ਹਾਂ ਆਪਾਂ ਹਸਪੀਟਲ ਵਿੱਚ ਆਪਣਾ ਬੰਦਾ ਕੋਈ ਐਮਰਜੈਂਸੀ ਵਿੱਚ ਐਡਮਿਟ ਹੋ ਜਾਂਦਾ, ਕੋਈ ਫ੍ਰੈਕਚਰ ਕੇਸ ਹੋ ਗਿਆ, ਕੋਈ ਐਕਸੀਡੈਂਟ ਕੇਸ ਆ ਗਿਆ, ਫਿਰ ਉਹਦੇ ਜਿਹੜੇ ਖਰਚੇ ਨੇ ਉਹ ਬੀਅਰ ਆਪਾਂ ਮਤਲਬ ਕਿਸੇ ਬੰਦੇ ਨੂੰ ਪੇ ਕਰਨੇ ਪੈਂਦੇ ਨੇ ਲੇਟਰ ਔਨ, ਜਾਂ ਉਹ ਗਵਰਨਮੈਂਟ ਆਫ ਮੈਨੀਟੋਬਾ ਦੇ? ਲਖਵਿੰਦਰ ਜੀ, ਆਪਾਂ ਨਾਰਥ ਅਮਰੀਕਾ 'ਚ ਆਪਾਂ ਬਹੁਤ ਕੀ ਕਹਿੰਦੇ ਨੇ, ਮੈਂ ਕਹੂੰਗਾ ਬਹੁਤ ਫੋਰਚੂਨੇਟ ਹਾਂ ਕਿ ਕੈਨੇਡਾ ਵਿੱਚ ਜਿੰਨੀਆਂ ਵੀ ਮੈਡੀਕਲ ਸਰਵਿਸਿਜ਼ ਨੇ ਉਹ ਫ੍ਰੀ ਨੇ ਸਾਡੇ ਵਾਸਤੇ ਜੀ। ਜਿੰਨੀਆਂ ਜੇ ਹਸਪੀਟਲ 'ਚ ਤੁਸੀਂ ਤੁਹਾਨੂੰ ਕੁਝ ਵੀ ਹਸਪੀਟਲ ਦੇ ਫੂਡ ਤੋਂ ਲੈ ਕੇ ਜਿੰਨੀਆਂ ਦਵਾਈਆਂ ਲੱਗ ਰਹੀਆਂ, ਤੁਹਾਨੂੰ ਦਵਾਈਆਂ ਖਾਣ ਨੂੰ ਦਿੱਤੀਆਂ ਜਾਂਦੀਆਂ, ਸਾਰੀ ਸਰਕਾਰ ਵੱਲੋਂ ਪੇਡ ਹੁੰਦੀਆਂ ਜੀ। ਅਲਟੀਮੇਟਲੀ ਸਰਕਾਰ ਨੇ ਤਾਂ ਸਾਡੇ ਤੋਂ ਹੀ ਟੈਕਸ ਦੇ ਮਤਲਬ ਰੂਪ ਵਿੱਚ ਪੈਸੇ ਲਿੱਤੇ ਹੋਏ ਨੇ, ਬਟ ਇੱਕ ਤਰ੍ਹਾਂ ਤੁਹਾਨੂੰ ਪੈਸੇ ਖੁਦ ਨਹੀਂ ਦੇਣੇ ਪੈਂਦੇ। ਜਿਸ ਤਰ੍ਹਾਂ ਹੁਣ ਆਪਣੇ ਓਵਰਸੀਜ਼ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਜੀ, ਕੀ ਉਹਨਾਂ ਨੂੰ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਹੈ?
ਬਿਲਕੁਲ ਜੀ, ਬਹੁਤ ਜ਼ਰੂਰੀ ਹੈ। ਬਿਮਾਰੀ ਦਾ ਕੁਝ ਪਤਾ ਥੋੜੀ ਕਦੀ ਕਿਸੇ ਨੂੰ ਹੋ ਜੇ ਨਾ, ਬਿਮਾਰੀ ਨੇ ਪੁੱਛ ਕੇ ਹੋਣਾ ਕਿ ਜੀ ਤੁਸੀਂ ਸਟੂਡੈਂਟ ਹੋ ਕੇ PR ਹੋ ਜਾਂ ਰਿਟਾਇਰਡ ਸਿਟੀਜ਼ਨ ਹੋ। ਪਹਿਲਾਂ ਇਹ ਪ੍ਰੋਵੀਜ਼ਨ ਸੀਗਾ ਇੱਥੇ ਕਿ ਸਟੂਡੈਂਟਸ ਜਿੰਨੇ ਆਉਂਦੇ ਨੇ ਉਹਨਾਂ ਨੂੰ ਸਰਕਾਰ ਆਪਣੇ ਵੱਲੋਂ ਕਵਰ ਕਰਦੀ ਸੀਗੀ, ਬਟ ਕੁਝ ਪੋਲੀਟੀਕਲ ਰੀਜ਼ਨਸ ਕਰਕੇ, ਕੁਝ ਲੋਕਾਂ ਦੀ ਫੀਡਬੈਕ ਕਰਕੇ ਉਹਨਾਂ ਨੇ ਸਟੈਪ ਬੈਕ ਕਰ ਲਿਆ। ਬਟ ਫੋਰਚੂਨੇਟਲੀ ਕੁਝ ਕੰਪਨੀਜ਼ ਅੱਗੇ ਆਈਆਂ ਬੜੇ ਜੈਨੂਇਨ ਜਿਹੇ ਪ੍ਰਾਈਸ 'ਚ ਸਟੂਡੈਂਟਸ ਉਹਨਾਂ ਨੇ ਕਾਫੀ ਅੱਛੀ ਕਵਰੇਜ ਦਿੱਤੀ ਹੋਈ ਹੈ, ਜੋ ਯੂਨੀਵਰਸਿਟੀ ਦੇ ਥਰੂ ਜਾਂ ਹੋਰ ਪ੍ਰਾਈਵੇਟ ਕਾਲਜਿਸ ਦੇ ਥਰੂ ਸਟੂਡੈਂਟ ਤੱਕ ਅਵੇਲ ਕਰ ਸਕਦੇ ਨੇ ਤੇ ਸਟੂਡੈਂਟਸ ਦਾ ਫਾਇਦਾ ਵੀ ਚੱਕਦੇ ਨੇ। ਵੈਸੇ ਦੇਖੋ, ਜਦੋਂ ਸਾਰਿਆਂ ਨੂੰ ਸਿਹਤ ਸੇਵਾਵਾਂ ਫ੍ਰੀ ਨੇ ਜੀ, ਸਟੂਡੈਂਟ ਵੀ ਹੋਣੇ ਚਾਹੀਦੇ ਕਿਉਂਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ, ਆਪਣੇ ਹੋਮ ਕੰਟਰੀ ਦੇ ਵਿੱਚੋਂ ਇੰਨਾ ਪੈਸਾ ਇੱਧਰ ਲਿਆ ਕੇ ਇਨਵੈਸਟ ਕਰ ਰਹੇ ਨੇ। ਇੱਕ ਤਰ੍ਹਾਂ ਨਾਲ ਦੇਖੋ, ਗਵਰਨਮੈਂਟ ਨੂੰ ਪਿਛਲੇ ਆਪਾਂ ਜੇ 10 ਸਾਲ ਦੇ ਵਿੱਚ ਝਾਤ ਮਾਰੀਏ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੋਂ ਬਹੁਤ ਜ਼ਿਆਦਾ ਇਨਕਮ ਹੋਈ ਆ। ਬਿਲਕੁਲ ਲਖਵਿੰਦਰ ਜੀ, ਇਹ ਵੀ ਇੱਕ ਕੰਟਰੋਵਰਸੀ ਵਾਲਾ ਇੱਕ ਇਸ਼ੂ ਹੈਗਾ, ਮਤਲਬ ਦੋਨੋਂ ਪੱਖ ਦੇ ਲੋਕ ਕਹਿੰਦੇ ਨੇ, ਕਈ ਕਹਿੰਦੇ ਨੇ ਜੀ ਅਸੀਂ ਸਾਡੇ ਜਿਹੜੇ ਡਾਲਰਸ ਨੇ ਜਿਹੜੇ ਅਸੀਂ ਟੈਕਸ ਪੇ ਕਰਦੇ ਆ ਉਹਦੇ ਵਿੱਚ ਸਟੂਡੈਂਟਸ ਦਾ ਇਲਾਜ ਹੁੰਦਾ ਤੇ ਅਸੀਂ ਕਿਉਂ ਪੇ ਕਰੀਏ। ਨਹੀਂ, ਉਹਦੇ ਵਿੱਚ ਇੰਨੇ ਆਪਾਂ ਜੇ ਕਹੀਏ ਉਹਦੀ ਪਰਸੈਂਟੇਜ ਕੁਝ ਜ਼ਿਆਦਾ ਨਹੀਂ ਹੈ ਜੀ, ਕਿਉਂਕਿ ਉਹ ਵੀ ਤਾਂ ਉਹ ਆ ਕੇ ਵਰਕ ਕਰਦੇ ਨੇ, ਫੀਸਿਸ ਲੈ ਕੇ ਆਉਂਦੇ ਗਵਰਨਮੈਂਟ ਨੂੰ, ਇਨਕਮ ਤਾਂ ਡਾਇਰੈਕਟਲੀ ਦੇ ਹੀ ਰਹੇ ਨੇ। ਮੈਂ ਉਹੀ ਗੱਲ ਕਰ ਰਿਹਾ ਲਿਖੁੰਦੇ ਜੀ, ਕੰਟਰੋਵਰਸੀ ਵਾਲੀ ਗੱਲ ਹੈਗੀ ਹੈ ਕਿ ਦੋਨੋਂ ਪੱਖ ਹੈਗੇ ਨੇ। ਕੁਝ ਲੋਕ ਇਹ ਕਹਿੰਦੇ ਨੇ, ਕੁਝ ਲੋਕ ਕਹਿੰਦੇ ਜੀ ਉਹਨਾਂ ਨੇ ਫੀਸਾਂ ਵੀ ਪੇ ਕੀਤੀਆਂ ਤੇ ਉਹਦੀ ਮਤਲਬ ਉਹਦੇ ਕਾਊਂਟਰ 'ਚ ਉਹੀ ਕਿਹਾ ਜਾਂਦਾ ਕਿ ਜੀ ਫੀਸ ਉਹਨਾਂ ਨੇ ਆਪਣੇ ਲਈ ਪੇ ਕੀਤੀਆਂ, ਸਾਡੇ ਲਈ, ਬਟ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਕਿਉਂ ਉਹਦਾ ਬੈਨੀਫਿਟ ਕਿਸੇ ਨੂੰ ਦਈਏ। ਬਟ ਗੱਲ ਉਹੀ ਹੈਗੀ ਹੈ ਜੀ ਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਨੇ ਤੇ ਤੁਸੀਂ ਇਹਨੂੰ ਪੋਜ਼ਿਟਿਵ ਵੀ ਲੈ ਸਕਦੇ ਹੋ, ਨੈਗੇਟਿਵ ਵੀ ਲੈ ਸਕਦੇ ਹੋ। ਮੇਰੇ ਹਿਸਾਬ ਨਾਲ ਜੇ ਸਟੂਡੈਂਟਸ ਨੂੰ ਮਿਲਦੀ ਹੈ ਇੱਕ ਜੈਨੂਇਨ ਰੇਟ ਤੇ ਇਸ ਤੋਂ ਮਤਲਬ ਅੱਛੀ ਕੋਈ ਗੱਲ ਨਹੀਂ ਹੈ। ਜੇ ਥੋੜੇ ਜਿਹੇ ਪੈਸੇ ਦੇ ਕੇ ਜੋ ਤੁਸੀਂ ਵੀ ਜੇ ਕੰਮ ਕਰਦੇ, ਮੈਂ ਵੀ ਕੰਮ ਕਰਦਾ, ਅਸੀਂ ਵੀ ਆਪਣੀ ਕੁਝ ਪ੍ਰਾਈਵੇਟ ਇੰਸ਼ੋਰੈਂਸਿਸ ਲਿੱਤੀਆਂ ਹੋਈਆਂ ਤੇ ਸਾਡੀ ਦਵਾਈਆਂ ਵਗੈਰਾ ਕਵਰ ਨਹੀਂ ਹੁੰਦੀਆਂ ਜੋ ਵੀ ਅਸੀਂ ਆਪਣੇ ਪੱਲੇ ਹੀ ਪੇ ਕਰਦੇ ਹਾਂ। ਬਿਲਕੁਲ ਜੀ। ਇਸ ਤਰ੍ਹਾਂ ਹੀ ਅਸੀਂ ਹੋਰ ਨਾਲੋਂ ਨਾਲ ਕੋਈ ਪ੍ਰੋਗਰਾਮ ਅਸੀਂ ਕਰਦੇ ਰਹਾਂਗੇ ਜੋ ਆਪਣੇ ਸਾਰੇ ਕਮਿਊਨਿਟੀ ਦੇ ਨਾਲ ਰਿਲੇਟਡ ਨੇ। ਤੁਹਾਡੇ ਕੋਈ ਸੁਝਾਅ ਹੋਣ, ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ ਕਮੈਂਟ ਦੇ ਵਿੱਚ ਵੀ, ਤੇ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਕੋਈ ਵੀ ਬੰਦਾ ਇੱਥੇ ਸਾਡੇ ਇਸ ਮੰਚ ਦੇ ਉੱਤੇ ਆ ਕੇ ਕੋਈ ਕਿਸੇ ਕਮਿਊਨਿਟੀ ਦੇ ਰਿਲੇਟਡ ਕੋਈ ਗੱਲ ਕਰਨਾ ਚਾਹੁੰਦਾ, ਅਸੀਂ ਹਾਜ਼ਰ ਹਾਂ ਜੀ ਹਰ ਟਾਈਮ। ਗਗਨ ਜੀ, ਨਵਾਂ ਸਾਲ ਆਉਣ ਵਾਲਾ, ਫਿਰ ਆਪਾਂ ਮਿਲਦੇ ਹਾਂ ਨਵੇਂ ਸਾਲ 'ਚ ਮਿਲਾਂਗੇ ਦਰਸ਼ਕਾਂ ਨੂੰ ਤੇ ਅਸੀਂ ਵਿਸ਼ ਕਰਦੇ ਹਾਂ ਕਿ ਸਾਰੇ ਸਿਹਤਮੰਦ ਰਹਿਣ ਜੀ, ਬਿਲਕੁਲ, ਤੇ ਖੁਸ਼ੀਆਂ ਮਾਣੋ ਤੇ ਆਪਣੇ ਆਸ-ਪਾਸ ਸਾਰੇ ਲੋਕਾਂ ਦਾ ਧਿਆਨ ਰੱਖੋ ਤੇ ਆਪਣਾ ਧਿਆਨ ਰੱਖੋ ਕਿਉਂਕਿ ਕੋਵਿਡ ਬਹੁਤ ਫੈਲ ਰਿਹਾ। ਜੀ ਬਿਲਕੁਲ। ਇੱਕ ਨਵਾਂ ਜਿਹਾ ਹੁਣ ਆਪਾਂ ਚੱਲਦੇ ਗੱਲ ਕਰੀਏ, ਇੱਕ ਨਵਾਂ ਵਾਇਰਸ ਆ ਜਿਹੜਾ, ਮੈਂ ਉਹਨੇ 15 ਮਿੰਟ ਪਹਿਲਾਂ ਦੇਖ ਰਿਹਾ ਸੀਗਾ ਜੀ ਨਿਊਜ਼ ਕਿ ਟੋਰਾਂਟੋ 'ਚ 2 ਕੇਸ ਆ ਗਏ ਨੇ ਜਿਹੜੇ ਇੰਗਲੈਂਡ ਤੋਂ ਆਏ ਨੇ, ਉਹ ਪੋਜ਼ਿਟਿਵ ਆਏ ਨੇ। ਤੇ ਅਸੀਂ ਜਸਟ ਫਿੰਗਰਸ ਕ੍ਰਾਸਡ ਕਿ ਇਹੋ ਜਿਹਾ ਕੋਈ ਜ਼ਿਆਦਾ ਨਾ ਫੈਲੇ ਕਿਉਂਕਿ ਸਾਡੇ ਹੈਲਥ ਕੇਅਰ ਸਿਸਟਮ ਦੇ ਅੱਗੇ ਬਹੁਤ ਜ਼ਿਆਦਾ ਬਰਡਨ ਹੈ। ਲੋਕੀ ਸਟ੍ਰੈਸਡ ਬਹੁਤ ਜ਼ਿਆਦਾ ਨੇ ਜੀ ਕਿਉਂਕਿ ਕਿਸੇ ਨੂੰ ਮਿਲ ਨਹੀਂ ਸਕਦੇ, ਜਾ ਨਹੀਂ ਸਕਦੇ। ਤੇ ਵਿਸ਼ ਕਰਦੇ ਹਾਂ ਕਿ ਜੀ ਨਵੇਂ ਸਾਲ 'ਚ ਸਭ ਚੀਜ਼ਾਂ ਖਤਮ ਹੋਣ ਤੇ ਫਿਰ ਅਸੀਂ ਆਪਣੇ ਕੰਮਾਂ 'ਚ ਲੱਗੀਏ ਤੇ ਲਾਈਫ ਇੰਜੋਏ ਕਰੀਏ। ਜੀ ਬਿਲਕੁਲ। ਮਿਲਦੇ ਹਾਂ ਜੀ ਫਿਰ ਅਗਲੇ ਐਪੀਸੋਡ ਦੇ ਵਿੱਚ। ਬਿਲਕੁਲ ਜੀ। ਤਦ ਤੱਕ ਸਾਰਿਆਂ ਨੂੰ ਥੈਂਕ ਯੂ।